ਸੋਨਾਲੀ ਰਣਜੀਤ ਨੂੰ ਬਹੁਤ ਪਸੰਦ ਕਰਦੀ ਸੀ। ਉਹ ਕਾਲਜ ਵਿੱਚ ਪ੍ਰੋਫੈਸਰ ਸੀ ਅਤੇ ਸੋਨਾਲੀ ਐਮਏ ਕਰ ਰਹੀ ਸੀ। ਗੱਲ ਹਾਏ ਹੈਲੋ ਨਾਲ ਸ਼ੁਰੂ ਹੋਈ ਸੀ, ਫਿਰ ਕੌਫੀ, ਫਿਰ ਪਾਰਕ, ਥੀਏਟਰ ਵਿੱਚੋਂ ਲੰਘ ਕੇ ਹੋਟਲਾਂ ਵਿੱਚ ਕਈ ਰਾਤਾਂ ਇਕੱਠੇ ਬਿਤਾਉਣ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਰਣਜੀਤ ਨੇ ਵੀ ਸੋਨਾਲੀ ਦੀ ਜਵਾਨੀ ਨੂੰ ਬਹੁਤ ਮਾਣਿਆ। ਜਦੋਂ ਉਹ ਲੱਕ ਹਿਲਾ ਕੇ ਤੁਰਦੀ ਸੀ, ਰਣਜੀਤ ਉਸ ਦਾ ਦੀਵਾਨਾ ਹੋ ਜਾਂਦਾ ਸੀ। ਜਦੋਂ ਵੀ ਉਸ ਦੇ ਦੁਪੱਟੇ ਦੇ ਹੇਠਾਂ ਕੋਈ ਚੀਜ਼ ਹਿੱਲਦੀ ਦੇਖਦਾ ਤਾਂ ਉਹ ਆਪਣੇ ਆਪ 'ਤੇ ਕਾਬੂ ਨਾ ਰੱਖ ਸਕਦਾ ਅਤੇ ਅਕਸਰ ਉਹ ਮਿਲਣ ਜੁਲਣ ਦੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਸੀ। ਅਤੇ ਸੋਨਾਲੀ ਨੂੰ ਵੀ ਨਵੀਂ ਜਵਾਨੀ ਚੜ੍ਹੀ ਸੀ। ਉਸ ਨੂੰ ਵੀ ਰਣਜੀਤ ਦੇ ਸਾਥ ਦੀ ਜ਼ਰੂਰਤ ਸੀ। ਉਹ ਵੀ ਬਿਨਾਂ ਕਿਸੇ ਝਿਜਕ ਦੇ ਉਸ ਦੇ ਨਾਲ ਕਿਤੇ ਵੀ ਚਲੀ ਜਾਂਦੀ ਸੀ। ਇਸ ਤਰ੍ਹਾਂ ਇਹ ਮੁਲਾਕਾਤਾਂ ਬਹੁਤ ਦੇਰ ਤੱਕ ਚੱਲਦੀਆਂ ਰਹੀਆਂ। ਫਿਰ ਇੱਕ ਦਿਨ ਉਸਨੇ ਰਣਜੀਤ ਨਾਲ ਬੈਠ ਕੇ ਗੱਲ ਕੀਤੀ ਕਿ ਅਸੀਂ ਜਵਾਨੀ ਦਾ ਬਹੁਤ ਮਜ਼ਾ ਲੈ ਲਿਆ ਹੈ, ਹੁਣ ਸਾਨੂੰ ਵਿਆਹ ਬਾਰੇ ਸੋਚਣਾ ਚਾਹੀਦਾ। ਰਣਜੀਤ ਦਾ ਚਿਹਰਾ ਇੱਕਦਮ ਬਦਲ ਗਿਆ। ਉਸਨੇ ਕਿਹਾ, ਸੋਨਾਲੀ, ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦਾ। ਸੋਨਾਲੀ ਨੂੰ ਇਸ ਤਰ੍ਹਾਂ ਦੇ ਜਵਾਬ ਦੀ ਕੋਈ ਉਮੀਦ ਨਹੀਂ ਸੀ। ਉਸਨੇ ਕਿਹਾ, ਰਣਜੀਤ, ਕੀ ਕਿਹਾ? ਮੇਰੇ ਵਿੱਚ ਕਮੀ ਹੈ ਕੋਈ? ਕੀ ਮੈਂ ਤੁਹਾਡੇ ਲਈ ਕੁਝ ਨਹੀਂ ਹਾਂ? ਕੀ ਮੈਂ ਸੋਹਣੀ ਨਹੀਂ ਹਾਂ? ਕੀ ਮੈਂ ਪੜ੍ਹੀ ਲਿਖੀ ਨਹੀਂ ਹਾਂ? ਆਖਿਰ ਕੁਝ ਤਾਂ ਬੋਲੋ। ਰਣਜੀਤ ਨੇ ਕਿਹਾ, ਅਜਿਹੀ ਗੱਲ ਨਹੀਂ ਹੈ ਸੋਨਾਲੀ। ਜੇਕਰ ਅਜਿਹਾ ਹੁੰਦਾ ਤਾਂ ਸਾਡਾ ਪਿਆਰ ਇੰਨੇ ਸਾਲਾਂ ਤੱਕ ਇਸ ਤਰ੍ਹਾਂ ਨਹੀਂ ਸੀ ਚੱਲਦਾ ਰਹਿਣਾ। ਸੱਚ ਤਾਂ ਇਹ ਹੈ ਕਿ ਮੈਂ ਤੁਹਾਨੂੰ ਅੱਜ ਤੱਕ ਇਹ ਨਹੀਂ ਦੱਸਿਆ ਕਿ ਮੈਂ ਸ਼ਾਦੀशुदा ਹਾਂ ਅਤੇ ਮੈਨੂੰ ਤੁਹਾਡੇ ਤੋਂ ਦੂਰ ਹੋਣ ਦਾ ਡਰ ਸੀ, ਇਸ ਲਈ ਮੈਂ ਇਹ ਰਾਜ ਲੁਕੋ ਕੇ ਰੱਖਿਆ। ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਸਿਰਫ ਮੇਰੇ ਸਰੀਰ ਨਾਲ ਮਤਲਬ ਸੀ, ਤੁਹਾਨੂੰ ਮੇਰੇ ਨਾਲ ਕੋਈ ਪਿਆਰ ਨਹੀਂ ਸੀ। ਤੁਹਾਡੀ ਪਤਨੀ ਹੀ ਤੁਹਾਡੇ ਲਈ ਸਭ ਕੁਝ ਹੈ, ਇਸ ਲਈ ਤੁਸੀਂ ਮੈਨੂੰ ਛੱਡ ਕੇ ਜਾ ਰਹੇ ਹੋ। ਕੀ ਤੁਸੀਂ ਉਸ ਨੂੰ ਮੇਰੇ ਲਈ ਨਹੀਂ ਛੱਡ ਸਕਦੇ? ਰਣਜੀਤ ਨੇ ਕਿਹਾ, ਦੇਖੋ ਸੋਨਾਲੀ, ਜੋ ਤੁਸੀਂ ਕਹਿ ਰਹੇ ਹੋ ਉਹ ਸੰਭਵ ਨਹੀਂ ਹੈ, ਪਰ ਹਾਂ, ਜੇ ਤੁਸੀਂ ਮੇਰੇ ਨਾਲ ਜ਼ਿੰਦਗੀ ਭਰ ਰਿਸ਼ਤਾ ਰੱਖਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਇੱਕ ਤਰੀਕਾ ਹੈ। ਕੀ ਹੈ ਉਹ ਤਰੀਕਾ? ਸੋਨਾਲੀ ਨੇ ਬਹੁਤ ਹੈਰਾਨ ਹੁੰਦੇ ਹੋਏ ਕਿਹਾ। ਰਣਜੀਤ ਨੇ ਕਿਹਾ ਕਿ ਤਰੀਕਾ ਹੈ ਕਿ ਮੇਰੇ ਛੋਟੇ ਭਰਾ ਦਾ ਅਜੇ ਤੱਕ ਵਿਆਹ ਨਹੀਂ ਹੋਇਆ, ਇਸ ਲਈ ਮੈਂ ਤੁਹਾਡਾ ਵਿਆਹ ਉਸ ਨਾਲ ਕਰਵਾਵਾਂਗਾ। ਤੁਸੀਂ ਸਾਡੇ ਘਰ ਰਹੋਗੇ ਅਤੇ ਅਸੀਂ ਇੱਕ ਦੂਜੇ ਨੂੰ ਮਿਲਦੇ ਵੀ ਰਹਾਂਗੇ। ਪਰ ਤੁਹਾਡਾ ਭਰਾ ਜੋ ਮੇਰੇ ਜਿਸਮ ਨਾਲ ਖੇਡੇਗਾ, ਉਸ ਦਾ ਕੀ ਇਲਾਜ ਹੈ? ਮੇਰੇ ਕੋਲ ਉਸ ਦਾ ਇਲਾਜ ਵੀ ਹੈ। ਮੇਰਾ ਛੋਟਾ ਵੀਰ ਬਹੁਤ ਚਲਾਕ ਚੁਸਤ ਨਹੀਂ ਹੈ। ਤੁਸੀਂ ਉਸ ਨੂੰ ਕਿਸੇ ਨਾ ਕਿਸੇ ਬਹਾਨੇ ਟਾਲਦੇ ਰਹੋ ਤੇ ਅਸੀਂ ਇਸ ਤਰ੍ਹਾਂ ਹੀ ਮਜ਼ੇ ਕਰਦੇ ਰਹਾਂਗੇ। ਬਹੁਤ ਹੀ ਕਾਮੁਕ ਨਜ਼ਰਾਂ ਨਾਲ ਸੋਨਾਲੀ ਵੱਲ ਵੇਖ ਕੇ ਰਣਜੀਤ ਨੇ ਕਿਹਾ। ਸੋਨਾਲੀ ਨੇ ਵੀ ਬਿਨਾਂ ਬਹੁਤਾ ਸੋਚੇ ਉਸ ਨੂੰ ਹਾਂ ਕਹਿ ਦਿੱਤੀ, ਕਿਉਂਕਿ ਰਣਜੀਤ ਨੂੰ ਉਹ ਬਹੁਤ ਪਿਆਰ ਕਰਦੀ ਸੀ। ਘਰ ਵਿੱਚ ਵੱਡਾ ਹੋਣ ਕਰਕੇ ਸਾਰਿਆਂ ਨੇ ਉਸ ਦੀ ਗੱਲ ਮੰਨ ਲਈ। ਉਸਨੇ ਸੋਨਾਲੀ ਦਾ ਵਿਆਹ ਆਪਣੇ ਛੋਟੇ ਭਰਾ ਨਾਲ ਕਰਵਾ ਦਿੱਤਾ। ਵਿਆਹ ਹੋਣ ਤੋਂ ਬਾਅਦ ਸੋਨਾਲੀ ਨੇ ਪਹਿਲੀ ਰਾਤ ਨੂੰ ਹੀ ਰਣਜੀਤ ਦੇ ਛੋਟੇ ਭਰਾ ਨੂੰ ਕਿਹਾ ਕਿ ਦੇਖੋ, ਮੈਂ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਾਨਸਿਕ ਤੌਰ 'ਤੇ ਤਿਆਰ ਨਹੀਂ ਹਾਂ, ਮੈਨੂੰ ਕੁਝ ਸਮਾਂ ਚਾਹੀਦਾ ਹੈ। ਸੋਨਾਲੀ ਵਰਗੀ ਸੋਹਣੀ ਕੁੜੀ ਨੂੰ ਦੇਖ ਕੇ ਉਸਨੇ ਉਸ ਦੀ ਹਰ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਕਿਹਾ ਕਿ ਠੀਕ ਹੈ, ਜਿੰਨਾ ਸਮਾਂ ਤੁਸੀਂ ਚਾਹੁੰਦੇ ਹੋ ਮੈਂ ਦੇਣ ਨੂੰ ਤਿਆਰ ਹਾਂ। ਮੈਂ ਤੁਹਾਡੇ ਹਰ ਫੈਸਲੇ ਦਾ ਸਨਮਾਨ ਕਰਦਾ ਹਾਂ। ਉਸ ਦਾ ਪੇਕਾ ਘਰ ਰਣਜੀਤ ਦੇ ਕਾਲਜ ਦੇ ਨੇੜੇ ਪੈਂਦਾ ਸੀ। ਜਦੋਂ ਵੀ ਉਸਨੇ ਆਪਣੇ ਪੇਕੇ ਘਰ ਜਾਣਾ ਹੁੰਦਾ ਤਾਂ ਉਹ ਰਣਜੀਤ ਦੇ ਨਾਲ ਸਕੂਟਰ 'ਤੇ ਬੈਠ ਕੇ ਚਲੀ ਜਾਂਦੀ ਸੀ ਤੇ ਕੁਝ ਦਿਨ ਰੁਕਣ ਤੋਂ ਬਾਅਦ ਉਸ ਦੇ ਨਾਲ ਹੀ ਵਾਪਸ ਵੀ ਆ ਜਾਂਦੀ ਸੀ। ਸੋਨਾਲੀ ਉਸ ਨਾਲ ਜਵਾਨੀ ਦੀਆਂ ਸਾਰੀਆਂ ਖੇਡਾਂ ਖੇਡਦੀ ਰਹੀ। ਕਈ ਵਾਰ ਉਹ ਹੋਟਲ ਗਏ ਅਤੇ ਕਈ ਵਾਰ ਉਸਨੇ ਆਪਣੀ ਮਾਂ ਦੇ ਘਰ ਵਿੱਚ ਹੀ ਰਣਜੀਤ ਨਾਲ ਬਹੁਤ ਮਸਤੀ ਕੀਤੀ। ਉਸਨੇ ਉਹ ਸਭ ਕੁਝ ਕੀਤਾ ਜੋ ਉਹ ਹੋਟਲਾਂ ਵਿੱਚ ਕਰਦੇ ਰਹੇ ਸੀ। ਉਸਨੇ ਇਹ ਨਹੀਂ ਸੋਚਿਆ ਕਿ ਸਭ ਕੁਝ ਕਿੰਨਾ ਭਿਆਨਕ ਹੋ ਸਕਦਾ ਹੈ। ਇੱਕ ਦਿਨ ਰਣਜੀਤ ਦਾ ਛੋਟਾ ਭਰਾ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਉਹ ਦੋਵੇਂ ਪਿਆਰ ਦੀ ਖੇਡ ਵਿੱਚ ਮਸਤ ਸਨ ਕਿ ਅਚਾਨਕ ਰਣਜੀਤ ਦਾ ਭਰਾ ਕੰਮ ਤੋਂ ਵਾਪਸ ਆ ਗਿਆ ਤੇ ਬੈੱਡਰੂਮ ਵਿੱਚ ਦੋਨਾਂ ਨੂੰ ਬਿਨਾਂ ਕੱਪੜਿਆਂ ਦੇ ਅਜਿਹੀ ਹਾਲਤ ਵਿੱਚ ਦੇਖ ਕੇ ਬਹੁਤ ਹੈਰਾਨ ਹੋਇਆ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਭਰਾ ਉਸ ਦੀ ਘਰਵਾਲੀ ਨਾਲ ਅਜਿਹਾ ਵੀ ਕਰ ਸਕਦਾ ਹੈ। ਉਸਨੇ ਰਣਜੀਤ ਨੂੰ ਕਿਹਾ ਕਿ ਤੁਹਾਡੀ ਧੀ ਵਰਗੀ ਕੁੜੀ ਉਹ ਤੁਹਾਡੀ ਵਿਦਿਆਰਥਣ ਵੀ ਰਹੀ ਹੈ
ਅਤੇ ਅਧਿਆਪਕ ਕਿਸੇ ਵੀ ਪੱਖੋਂ ਪਿਤਾ ਤੋਂ ਘੱਟ ਨਹੀਂ ਹੁੰਦਾ ਅਤੇ ਤੁਹਾਡਾ ਉਸ ਨਾਲ ਇਹ ਰਿਸ਼ਤਾ ਸੀ। ਤੁਸੀਂ ਤਾਂ ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਏ। ਉਹ ਦੋਵੇਂ ਘਬਰਾਏ ਹੋਏ ਸਨ। ਉਹ ਕੁਝ ਵੀ ਕਹਿਣ ਦੀ ਸਥਿਤੀ ਵਿੱਚ ਨਹੀਂ ਸਨ। ਕਮਰੇ ਵਿੱਚ ਇੱਕ ਲੱਕੜ ਦਾ ਦਸਤਾ ਪਿਆ ਸੀ। ਬਿਨਾਂ ਕੁਝ ਸੋਚੇ ਸੋਨਾਲੀ ਨੇ ਰਣਜੀਤ ਦੇ ਛੋਟੇ ਭਰਾ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਲੱਕੜ ਦੇ ਦਸਤੇ ਨਾਲ ਉਸ ਦੇ ਸਿਰ ਤੇ ਵਾਰ ਕਰ ਦਿੱਤਾ। ਉਹ ਉੱਥੇ ਹੀ ਢੇਰੀ ਹੋ ਗਿਆ। ਫਰਸ਼ ਤੇ ਖੂਨ ਦੇ ਛਿੱਟੇ ਪਏ ਸਨ ਅਤੇ ਕੁਝ ਹੀ ਪਲਾਂ ਵਿੱਚ ਉਸ ਦਾ ਸਾਹ ਬੰਦ ਹੋ ਗਿਆ। ਰਣਜੀਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ। ਸੋਨਾਲੀ ਨੇ ਕਿਹਾ, ਘਬਰਾਓ ਨਾ, ਅਸੀਂ ਇਸ ਦੀ ਲਾਸ਼ ਨੂੰ ਟਿਕਾਣੇ ਲਗਾ ਦਿਆਂਗੇ ਅਤੇ ਹਮੇਸ਼ਾ ਲਈ ਇੱਕ ਹੋ ਜਾਵਾਂਗੇ। ਪਰ ਰਣਜੀਤ ਨੂੰ ਆਪਣੇ ਛੋਟੇ ਭਰਾ ਦੀ ਇਸ ਤਰ੍ਹਾਂ ਮੌਤ ਦਾ ਬਹੁਤ ਦੁੱਖ ਹੋਇਆ। ਉਸਨੇ ਕਿਹਾ, ਸੋਨਾਲੀ ਤੂੰ ਬਹੁਤ ਗਲਤ ਕੀਤਾ। ਠੀਕ ਹੈ ਸਾਡਾ ਰਿਸ਼ਤਾ ਸੀ, ਪਰ ਇਸ ਲਈ ਕਿਸੇ ਦੀ ਜਾਨ ਲੈਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਮੈਂ ਵੀ ਇਸ ਘਰ ਵਿੱਚ ਤੁਹਾਡੇ ਨਾਲ ਸੰਬੰਧ ਰੱਖਣ ਲਈ ਬਹੁਤ ਗਲਤ ਕੰਮ ਕੀਤਾ ਹੈ। ਅਜੇ ਉਹ ਸੋਚ ਹੀ ਰਿਹਾ ਸੀ ਕਿ ਰਣਜੀਤ ਦੀ ਘਰਵਾਲੀ ਵੀ ਅੰਦਰ ਆ ਗਈ। ਉਸਨੇ ਸਭ ਕੁਝ ਸੁਣ ਲਿਆ ਸੀ ਅਤੇ ਉਸਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਲਿਆ ਸੀ। ਇਸ ਲਈ ਉਸਨੇ ਇੱਕ ਹੋਰ ਗੰਭੀਰ ਫੈਸਲਾ ਲੈਂਦਿਆਂ ਰਣਜੀਤ ਨੂੰ ਕਿਹਾ, ਪ੍ਰੋਫੈਸਰ ਸਾਹਿਬ, ਜੇਕਰ ਕੋਈ ਔਰਤ ਚੁੱਪ ਰਹਿੰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਨੂੰ ਕੁਝ ਪਤਾ ਨਹੀਂ ਹੈ। ਮੈਨੂੰ ਇਸ ਗੱਲ ਦਾ ਕੁਝ ਦਿਨ ਪਹਿਲਾਂ ਤੋਂ ਹੀ ਪਤਾ ਲੱਗ ਚੁੱਕਾ ਸੀ। ਮੈਂ ਸੋਚਿਆ ਸੀ ਕਿ ਮੌਕਾ ਵੇਖ ਕੇ ਤੁਹਾਡੇ ਨਾਲ ਇਸ ਬਾਰੇ ਗੱਲ ਕਰਾਂਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਮੇਰੇ ਬੇਟੇ ਵਰਗੇ ਦਿਓਰ ਨੂੰ ਮਾਰ ਦਿਓਗੇ। ਤੁਹਾਨੂੰ ਇਸ ਪਾਪ ਦੇ ਨਤੀਜੇ ਭੁਗਤਣੇ ਪੈਣਗੇ। ਪਤਾ ਨਹੀਂ ਕਾਨੂੰਨ ਤੁਹਾਨੂੰ ਕਦੋਂ ਸਜ਼ਾ ਦੇਵੇਗਾ, ਪਰ ਮੈਂ ਤੁਹਾਨੂੰ ਇਸ ਦੀ ਸਜ਼ਾ ਹੁਣੇ ਹੀ ਦਿਆਂਗੀ। ਇਹ ਕਹਿੰਦਿਆਂ ਉਸਨੇ ਉਹੀ ਦਸਤਾ ਚੁੱਕ ਕੇ ਰਣਜੀਤ ਦੇ ਸਿਰ ਤੇ ਵਾਰ ਕਰ ਦਿੱਤਾ। ਰਣਜੀਤ ਵੀ ਉੱਥੇ ਹੀ ਮੁੱਕ ਗਿਆ। ਕਮਰੇ 'ਚ ਦੋਵੇਂ ਭਰਾਵਾਂ ਦੀਆਂ ਲਾਸ਼ਾਂ ਪਈਆਂ ਸਨ। ਸਾਰਾ ਫਰਸ਼ ਖੂਨ ਨਾਲ ਲੱਥ-ਪੱਥ ਸੀ। ਖੂਨ ਦੋਹਾਂ ਦੇ ਸਿਰਾਂ ਤੋਂ ਵਹਿ ਤੁਰਿਆ। ਦੋਵੇਂ ਔਰਤਾਂ ਰੋ ਰਹੀਆਂ ਸਨ। ਬੇਸ਼ੱਕ ਉਹਨਾਂ ਦੇ ਸਿਰਾਂ ਤੇ ਅਜੇ ਰੰਗਦਾਰ ਚੁੰਨੀਆਂ ਸਨ, ਪਰ ਦੋ ਚਿੱਟੀਆਂ ਚੁੰਨੀਆਂ ਉਹਨਾਂ ਦੇ ਸਿਰ ਤੇ ਪੈਣ ਲਈ ਬਾਜ਼ਾਰ ਤੋਂ ਚੱਲ ਚੁੱਕੀਆਂ ਸਨ। ਗਲਤ ਰਿਸ਼ਤਿਆਂ ਦਾ ਬੁਰਾ ਨਤੀਜਾ ਨਿਕਲਿਆ। ਵਾਸ਼ਨਾ ਹਮੇਸ਼ਾ ਹੀ ਘਰ ਉਜਾੜਦੀ ਰਹੀ ਹੈ ਅਤੇ ਉਜਾੜਦੀ ਰਹੇਗੀ। ਜਿੰਨਾ ਹੋ ਸਕੇ ਰਿਸ਼ਤਿਆਂ ਨੂੰ ਬਣਾਈ ਰੱਖੋ। ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ।